ਕੋਟ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਸ਼ਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ, ਬਾਣੀ ਬੋਇਤ ਧੰਨ ਧੰਨ ਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਜੋ ਚਿਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤੇ ਤਾਂ ਕਿ ਆਇਆ ਸਾਡੇ ਸੰਸਾਰ ਤੇ ਸਫਲ ਹੋ ਜਾਵੇ। ਜੰਮਾਂ ਦੀ ਮਾਰ ਤੋਂ ਬਚ ਸਕੀਏ, ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਜੁਨੀਆਂ ਤੋਂ ਬਚ ਸਕੀਏ। ਅੱਜ ਆਪਾਂ ਰਾਤ ਦਿਨ ਦੁੱਖ ਕਲੇਸ਼ ਸਹਾਰ ਰਹੇ ਹਾਂ, ਕਾੜਿਆਂ ਸਾੜਿਆਂ ਦੁੱਖਾਂ ਰੋਗਾਂ ਕਲੇਸ਼ਾਂ ਵਿੱਚ ਗਰਸੇ ਹੋਏ ਹਾਂ। ਫਿਕਰ ਚਿੰਤਾ ਨਿਤ ਸਤਾ ਰਹੀਆਂ ਨੇ। ਇਹਨਾਂ ਤੋਂ ਆਪਾਂ ਬੰਦ ਖਲਾਸੀ ਕਰਾ ਸਕੀ। ਹੋ ਸਕਦੀ ਪਿਆਰੋ ਕੇਵਲ ਤੇ ਕੇਵਲ ਆਪਾਂ ਕੱਲ ਵਿਚਾਰ ਕਰਦਾ ਗੁਰੂ ਦੀ ਕਿਰਪਾ ਨਾਲ, ਗੁਰੂ ਕਿਰਪਾ ਕਰੇ ਤਾਂ ਗੁਰੂ ਦੀ ਕਿਰਪਾ ਵਾਸਤੇ ਪਿਆਰੋ ਸਾਨੂੰ ਸਤਸੰਗ ਕਰਨੀ ਬਹੁਤ ਜ਼ਰੂਰੀ। ਜਿਵੇਂ ਜਿਵੇਂ ਸਤਸੰਗ ਵਿੱਚ ਆਵਾਂਗੇ ਤਿਵੇਂ ਤਿਵੇਂ ਸਾਡਾ ਪਿਆਰ ਵਧੂਗਾ। ਜਿਵੇਂ ਜਿਵੇਂ ਪਿਆਰ ਵੱਧਦਾ ਜਾਊ ਤੇ ਤਿਵੇਂ ਤਿਵੇਂ ਸਾਡਾ ਵਿਸ਼ਵਾਸ ਭਰੋਸਾ ਜਿਹੜਾ ਹੈ ਉਹ ਗੁਰੂ ਤੇ ਵੱਧਦਾ ਜਾਊ। ਤੇ ਪਲ ਆਪਾਂ ਵਿਚਾਰ ਕਰ ਰਹੇ ਸੀਗੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੇ ਅਸੀਂ ਉਹਦੇ ਹੋ ਜਾਈਏ ਉਹਨੂੰ ਦੇਰ ਨਹੀਂ ਲੱਗਦੀ ਦੁੱਖਾਂ ਕਲੇਸ਼ਾਂ ਕਾੜਿਆਂ ਸਾੜਿਆਂ ਨੂੰ ਨਾਸ਼ ਕਰਨ ਦੀ। ਉਹਨੂੰ ਦੇਰ ਨਹੀਂ ਲੱਗਦੀ ਗੰਦੀਆਂ ਮੰਦੀਆਂ ਜੁਨੀਆਂ ਤੋਂ ਸਾਨੂੰ ਮੁਕਤ ਕਰਾਉਣ ਦੀ ਸਮਰੱਥ ਹੈ। ਉਹ ਤੇ ਇੱਕ ਪਲ ਵਿੱਚ ਕਰੋੜਾਂ ਦਾ ਉਧਾਰ ਕਰ ਸਕਦੇ ਨਹੀਂ ਸ਼ਕਤੀ ਦਾ ਮਾਲਕ। ਤੇ ਸਾਡਾ ਆਉਣ ਜਾਣ ਦਾ ਕਾਰਨ ਜਿਹੜਾ ਆਪਾਂ ਵਿਚਾਰ ਰਹੇ ਹਾਂ ਸੰਸਾਰ ਤੇ, ਜਿੰਨਾ ਚਿਰ ਸਾਡਾ ਅੰਤਸ਼ਕਰਣ ਮਨ ਸ਼ੁੱਧ ਨਹੀਂ ਹੁੰਦਾ, ਪਾਪ ਸਾਫ ਨਹੀਂ ਹੁੰਦਾ, ਉਨਾ ਚਿਰ ਅਸੀਂ ਲੱਖ ਯਤਨ ਕਰੀਏ, ਜਿੰਨੇ ਮਰਜ਼ੀ ਕਰਮ ਕਾਂਡ ਕਰਮ ਕਰ ਲਈਏ, ਸੱਚ ਜਾਣਿਓ ਉਹ ਵਿਅਰਥ ਹੈ। ਵਿਅਰਥ ਕਿਵੇਂ? ਪਾਤਸ਼ਾਹ ਨੇ ਆਪ ਸਾਨੂੰ ਫਰਮਾਇਆ, ਆਪ ਬਖਸ਼ ਕੀਤੀ ਸਾਡੇ ਤੇ।
ਉਹ ਕਹਿੰਦੇ ਧਰਮ ਕਰਮ ਪਾਖੰਡ ਜੋ ਦਿਸੈ, ਤਿਨ ਜਮ ਜਗਾਤੀ ਲੂਟੈ। ਅਸੀਂ ਭਾਵੇਂ ਧਰਮ ਦੇ ਜਿੰਨੇ ਮਰਜ਼ੀ ਕੰਮ ਕਰ ਲਈਏ, ਪਾਤਸ਼ਾਹ ਕਹਿੰਦੇ ਉਹ ਜਮਾਂ ਨੇ ਰਾਹ 'ਚ ਹੀ ਲੁੱਟ ਲੈਣੇ ਸਾਡੇ ਕੋਲ। ਕਿਵੇਂ? ਇੱਕ ਉਦਾਹਰਨ ਪਹਿਲਾਂ ਦੇ ਦੇਵੋ। ਅਸੀਂ ਕਿਸੇ ਯਾਤਰਾ ਤੇ ਜਾਂਦੇ, ਜੇ ਤੇ ਘਰੋਂ ਅਸੀਂ ਕੁਝ ਸਮਾਨ ਲੈ ਕੇ ਚਲੇ ਜਾਈਏ, ਖਾਣ ਪੀਣ ਦੀਆਂ ਵਸਤੂਆਂ, ਤੇ ਸਾਨੂੰ ਮੁੱਲ ਲੈਣ ਦੀ ਲੋੜ ਨਹੀਂ ਪੈਣੀ, ਨਾ ਹੀ ਸਾਨੂੰ ਕੋਈ ਦਿੱਕਤ ਆਉਣੀ, ਪਿਆਸ ਵੀ ਰਸਤੇ ਵਿੱਚ ਲੱਗਣੀ, ਭੁੱਖ ਵੀ ਲੱਗਣੀ, ਵਿਸ਼ਰਾਮ ਵੀ ਚਾਹੀਦਾ। ਇਹਨਾਂ ਗੱਲਾਂ ਹੁੰਦੀਆਂ ਯਾਤਰਾ 'ਚ ਨਾ। ਹੁਣ ਇੱਕ ਅਸੀਂ ਇਹ ਸੰਸਾਰ ਦੀ ਛੋਟੀ ਜਿਹੀ ਯਾਤਰਾ ਕਰਦੇ, 2 ਦਿਨ ਦੀ ਆ, 4 ਦਿਨ ਦੀ ਆ, 5 ਦਿਨ ਦੀ, 10 ਦਿਨ, 20 ਦਿਨ ਦੀ ਆ। ਕਈ ਲੰਬੀਆਂ ਯਾਤਰਾ ਵੀ ਹੁੰਦੀਆਂ ਨੇ। ਅੱਜ ਚਲੋ ਕੁਝ ਸਾਧਨ ਸਾਡੇ ਕੋਲ ਜ਼ਿਆਦਾ ਹੀ ਹੋ ਗਏ, ਉਹ ਯਾਤਰਾ ਦੀ ਸੁਖਾਲੀ ਹੋ ਗਈ, ਪੈਸਾ ਹੋ ਗਿਆ, ਬੰਦਾ ਪੈਸਾ ਲੈ ਕੇ ਤੁਰਦਾ ਹੈ, ਸਮਾਨ ਜਿੱਥੋਂ ਮਰਜ਼ੀ ਲੈ ਸਕਦਾ। ਸਮਾਂ ਹੁੰਦਾ ਸੀ ਕੋਈ, ਲੋਕ ਪੈਦਲ ਜਾਂਦੇ, ਕਿਉਂਕਿ ਆਪਾਂ ਤੀਰਥਾਂ ਦੀ ਗੱਲ ਕਰਦੇ ਹਾਂ। ਤੀਰਥ ਸਮਰੱਥ ਨੇ, ਤੀਰਥਾਂ ਵਿੱਚ ਤਾਕਤ ਹੈ। ਸਾਡੇ ਜਨਮਾਂ ਜਨਮਾਂਤਰਾਂ ਦੀ ਕਰਮਾਂ ਦੀ ਲੱਗੀ ਹੋਈ ਮੈਲ ਨੂੰ ਲਾਉਣ ਦੀ। ਇਹੋ ਹੀ ਵਿਚਾਰ ਕਰ ਰਹੇ ਸਾਂ ਕਿ ਫਿਰ ਲਾਉਂਦਾ ਕਿਉਂ ਨਹੀਂ ਤੀਰਥ? ਗੁਰੂ ਸਮਰੱਥ ਹੈ, ਕਿਉਂ ਨਹੀਂ ਸਾਡੇ ਹਿਰਦੇ ਦੀ ਮੈਲ ਲਾਉਂਦੀ? ਕਿਉਂਕਿ ਸਾਡੇ ਕਰਮ ਜਿਹੜੇ ਨਾ, ਉਹ ਕਰਮ ਹੀ ਸਾਡੇ ਇਸ ਤਰ੍ਹਾਂ ਦੇ। ਕਰਮਾਂ ਵਿੱਚ ਸਾਡੇ ਖੋਟ ਹੈ। ਕਿਵੇਂ? ਪਾਤਸ਼ਾਹ ਨੇ ਇੱਕ ਗੱਲ ਸਾਨੂੰ ਸਪਸ਼ਟ ਤੌਰ ਤੇ ਸਮਝਾਈ। ਉਹ ਕਹਿੰਦੇ ਰੱਬ ਨੂੰ ਮਿਲਣ ਲੱਗਿਆ ਜਾਂ ਸੰਸਾਰ ਨੂੰ ਮਿਲ ਤੋਂ ਕੋਈ ਚੀਜ਼ ਲੈਣ ਲੱਗਿਆ ਦੇਰ ਨਹੀਂ ਲੱਗਦੀ। ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ, ਮਿਲ ਲੱਗਿਆ ਦੇਰ ਨਹੀਂ ਲੱਗਦੀ। ਪਰ ਉਹਨੇ ਕਿਤੇ ਲਿਆਉਣਾ, ਉਹਦੇ ਤੇ ਹੱਥ ਦੀ ਤਲੀ ਤੇ ਸਭ ਕੁਝ ਰੱਖਿਆ ਹੋਇਆ। ਹਾਥੀ ਉਹਦਾ ਐਡਾ ਵੱਡਾ, ਹੱਥ ਦੀ ਤਲੀ ਤੇ 9 ਨਿਧੀਆਂ 18 ਸਿੱਧੀਆਂ ਦਾ ਖਜ਼ਾਨਾ ਰੱਖਿਆ ਪਿਆ ਹੈ। ਉਹਨੇ ਤੇ ਹੱਥ ਨੂੰ ਥੋੜਾ ਟੇਢਾ ਹੀ ਕਰਨਾ। ਗੱਲ ਕਰ ਰਹੇ ਸੀ ਆਪਾਂ ਯਾਤਰਾ ਦੀ, ਜਿਸ ਯਾਤਰਾ ਵਾਸਤੇ ਸੰਸਾਰ ਵਿੱਚ ਆਏ ਵੀ ਇਹ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਮੈਲ ਧੋਣ ਵਾਸਤੇ, ਮਨ ਨੂੰ ਜੋ ਲੱਗੀ ਹੋਈ। ਕਿੱਡੀ ਲੰਬੀ ਯਾਤਰਾ। ਆਪਾਂ ਗੱਲ ਕਰ ਰਹੇ ਸੀ 2, 4, 10 ਦਿਨ ਦੀ ਯਾਤਰਾ ਤੇ ਜਾਣਾ ਹੋਵੇ ਤੇ ਸਮਾਨ ਘਰੋਂ ਲੈ ਕੇ ਤੁਰਦੇ ਆ, ਤੇ ਜਿਹੜੀ ਇੰਨੀ ਲੰਬੀ ਯਾਤਰਾ ਤੇ ਆਏ ਆ, ਤੇ ਯਾਤਰਾ ਕਰਕੇ ਵਾਪਸ ਵੀ ਤੇ ਜਾਣਾ ਨਾ। ਆਪਾਂ ਜਾਣ ਲੱਗਿਆ ਲੰਬਾ ਸਮਾਂ ਬਹੁਤ ਹੈ। ਹਿੰਦੂ ਸੰਸਕ੍ਰਿਤੀ ਵਿੱਚ ਮੰਨਿਆ ਗਿਆ ਕਿ 360 ਦਿਨ ਲੱਗਦੇ ਮਰਨ ਤੋਂ ਬਾਅਦ। 360 ਦਿਨ
ਧਰਮਰਾਜ ਦੀ ਕਚਹਿਰੀ ਵਿੱਚ ਜਾਣ ਤੱਕ ਲੱਗਦੇ, ਜਿੱਥੇ ਸਾਡਾ ਹਿਸਾਬ ਕਿਤਾਬ ਹੋਣਾ। ਪਰ ਸੁਖਮਨੀ ਸਾਹਿਬ ਵਿੱਚ ਸਾਡੇ ਤੇ ਪਾਤਸ਼ਾਹ ਨੇ ਬਖਸ਼ ਕੀਤੀ। ਉਹ ਕਹਿੰਦੇ ਜੇ ਮਾਰ ਕੇ ਗਣੇ ਜਾਹੇ ਨਾ ਕੋਸਾ, ਪਾਤਸ਼ਾਹ ਕਹਿੰਦੇ ਉਸ ਰਸਤੇ ਦੇ ਕੋਹ ਗਿਣੇ ਨਹੀਂ ਜਾ ਸਕਦੇ, ਮੀਲ ਗਿਣੇ ਨਹੀਂ ਜਾ ਸਕਦੇ। ਇੰਨਾ ਲੰਬਾ ਸਮਾਂ ਪੈਂਡਾ ਸਾਡਾ, ਉਹਦੇ ਵਿੱਚ ਖਰਚ ਫਿਰ ਚਾਹੀਦਾ ਸਾਨੂੰ। ਰਸਤੇ ਵਿੱਚ ਇੰਨੀ ਲੰਬੀ ਵਾੜ ਜਾਣ ਵਾਸਤੇ, ਹੁਣ ਹਿੰਦੀ ਵਾਲਿਆਂ ਨੇ ਮੰਨ ਲਿਆ ਕਿ 60 ਦਿਨ 360 ਦਿਨ ਸਾਲ ਹੋ ਗਏ। ਸਾਲ ਦਾ ਖਰਚਾ ਕਿਸ ਤਰ੍ਹਾਂ ਬੰਦਾ ਲੈ ਕੇ ਚੱਲੂਗਾ? ਸਾਲ ਦਾ ਖਰਚਾ ਲੈ ਕੇ ਬੰਦਾ ਕਿਵੇਂ ਚੱਲ ਸਕਦਾ ਹੈ? ਚੁੱਕ ਹੀ ਨਹੀਂ ਸਕਦਾ ਸਾਲ ਦਾ ਖਰਚਾ, ਜਿੰਨਾ ਖਾਣਾ ਪੀਣਾ ਨੇ। ਤੇ ਰਸਤੇ ਭੁੱਖ ਲੱਗਣੀ ਹੈ ਨਾ, ਪਿਆਸ ਵੀ ਲੱਗਣੀ। ਸਾਲ ਭਰ ਪਾਣੀ ਨਹੀਂ ਪੀਊ ਬੰਦਾ, ਕੁਝ ਖਾਊ ਪੀਊਗਾ ਬੰਦਾ। ਪਾਤਸ਼ਾਹ ਨੇ ਥੋੜਾ ਜਿਹਾ ਗੱਲ ਨੂੰ ਬਦਲਿਆ। ਉਹ ਕਹਿੰਦੇ ਜੇ ਮਾਰ ਕੇ ਗਣੇ ਜਾਏ ਨਾ ਕੋਸਾ, ਜਿਸ ਮਾਰਗ ਦੇ ਜਿਸ ਰਸਤੇ ਦੇ ਕੋਹ ਗਿਣੇ ਨਹੀਂ ਜਾਂਦੇ, ਇੰਨੀ ਲੰਬੀ ਸਾਡੀ ਬਾਟ ਤੇ ਪਿਆਰੇ ਭੁੱਖ ਪਿਆਸ ਲੱਗਣੀ ਸਾਨੂੰ ਰਸਤੇ ਵਿੱਚ। ਉਸ ਰਸਤੇ ਦਾ ਖਰਚਾ ਅਸੀਂ ਸੰਸਾਰ ਵਿੱਚ ਤਿਆਰ ਕਰਦੇ ਹਾਂ ਆਪਣੀ ਜ਼ਿੰਦਗੀ ਵਿੱਚ। ਕਿਹੜਾ? ਪੁੰਨ ਦਾਨ। ਧਰਮ ਦੇ ਕੰਮ, ਭਲੇ ਦੇ ਕਰਮ, ਸਾਰਾ ਸੰਸਾਰ ਕਰ ਰਹੇ। ਇਹਦੇ ਪਿੱਛੇ ਕੋਈ ਰਾਜ ਹੈ ਨਾ, ਇਹਦਾ ਕੋਈ ਮਤਲਬ ਹੈ ਨਾ ਵੀ ਅਸੀਂ ਦਾਨ ਪੁੰਨ ਕਿਉਂ ਕਰਦੇ, ਅਸੀਂ ਭਲੇ ਕਰਮ ਧਰਮ ਦੇ ਕਰਮ ਕਿਉਂ ਕਰਦੇ? ਕਿ ਜਦੋਂ ਅਸੀਂ ਸੰਸਾਰ ਤੋਂ ਜਾਣਾ, ਉਦੋਂ ਰਸਤੇ ਵਿੱਚ ਸਾਡਾ ਇਹ ਖਰਚਾ ਬਣ ਸਕੇ। ਰੱਬ ਦਾ ਨਾਮ ਕਿਉਂ ਜਪਦੇ ਹਾਂ? ਕਿ ਉਸ ਰਸਤੇ ਵਿੱਚ ਸਾਡੀ ਸਹਾਇਤਾ ਕਰ ਸਕੇ, ਹਰ ਪੱਖ ਤੋਂ ਸਹਾਇਤਾ ਕਰ ਸਕੇ। ਤੇ ਫਿਰ ਪਾਤਸ਼ਾਹ ਕਹਿੰਦੇ ਇਹ ਕਰਮ ਵਿੱਚ ਵੀ ਤੇਰੇ ਖੋਟ ਆ ਸਜਣਾ। ਕਿਉਂ? ਧਰਮ ਕਰਮ ਪਾਖੰਡ ਜੋ ਦਿਸੇ, ਜਿਹੜੇ ਦਿਖਾ ਕੇ ਕਰੇ, ਜਿਹੜੇ ਦਿਖਾ ਕੇ ਕਰਮ ਕਰ ਰਹੇ ਧਰਮ ਦੇ। ਮੰਨ ਲਓ ਆ ਪਿੱਛੇ ਕਰੋਨਾ ਦਾ ਮਹਾਂਮਾਰੀ ਦਾ ਸਮਾਂ ਆਇਆ ਸੀ, ਬੀਤ ਗਿਆ। ਕਿਸੇ ਨੂੰ 2 ਕੇਲੇ ਦੇਣੇ ਦੇ ਫੋਟੋਆਂ ਖਿਚਾਉਂਦੇ 10 ਬੰਦੇ ਰਲ ਕੇ, ਕੀ ਉਹ ਦਿਖਾਵਾ ਨਹੀਂ ਸੀ? ਕਿਸੇ ਦੇ ਘਰੇ ਸਮਾਨ ਦੇਣ ਜਾਂਦੇ, ਕੋਈ ਖਾਣ ਪੀਣ ਦੀਆਂ ਵਸਤੂਆਂ, ਕੀ ਉਹ ਦਿਖਾਵਾ ਨਹੀਂ ਸੀ ਕਰਦੇ? ਫੋਟੋਆਂ ਖਿੱਚੀਆਂ ਜਾਂਦੀਆਂ। ਕਹਿੰਦੇ ਜੋ ਤੂੰ ਕਰਮ ਦਿਖਾ ਕੇ ਕਰੇ ਸੰਸਾਰ ਦੇ ਲੋਕਾਂ ਨੂੰ ਵੀ ਮੈਂ ਧਰਮੀ ਹਾਂ, ਆਹ ਧਰਮ ਦਾ ਕੰਮ ਮੈਂ ਕਰ ਰਿਹਾ, ਤੁਹਾਡੇ ਸਾਹਮਣੇ ਕਰ ਰਿਹਾ, ਤੁਸੀਂ ਮੇਰੇ ਗਵਾਹ ਜੇ। ਕਾਹਦੇ ਵਾਸਤੇ ਸਾਹਮਣੇ ਕਰਦਾ? ਵੀ ਇਹ ਮੇਰੇ ਗਵਾਹ ਬਣਨ ਕਿ ਵਾਕਿਆ ਮੈਂ ਧਰਮ ਦਾ ਕੰਮ ਕੀਤਾ। ਅਸਲੋਂ ਧਰਮ ਦਾ ਕੰਮ ਨਹੀਂ ਕੀਤਾ, ਉਹ ਵਡਿਆਈ ਦਾ ਕੰਮ ਕੀਤਾ। ਉਹਦਾ ਜਿਹੜਾ ਥੋੜਾ ਬਹੁਤਾ ਫਲ ਮਿਲਣਾ ਹੈ, ਉਹਦਾ ਜੋ ਥੋੜਾ ਬਹੁਤਾ ਫਲ ਮਿਲਣਾ ਹੈ, ਉਹ ਜੰਮ ਜਗਾਤੀ ਲੂਟੇ। ਜਦੋਂ ਅਸੀਂ ਇੰਨੇ ਲੰਬੇ ਸਮੇਂ ਵਿੱਚ ਜਾਣਾ ਹੈ, ਇੰਨਾ ਪੈਂਡਾ ਤੈਅ ਕਰਨਾ ਹੈ, ਭੁੱਖ ਵੀ ਲੱਗਣੀ, ਪਿਆਸ ਵੀ ਲੱਗਣੀ ਹੈ, ਜ਼ਬਾਨ ਤੋਂ ਪਾਣੀ ਮੰਗਣਾ ਹੈ, ਪਿਆਸ ਲੱਗੀ। ਆਪਾਂ ਕੱਲ ਸ਼ਾਇਦ ਪਰਸੋਂ ਗੱਲ ਕਰਦੇ ਸਾਂ ਕਿ ਸਾਰਾ ਸੰਸਾਰ ਬਦਲੇ ਦੀ ਭਾਵਨਾ ਤੇ ਖੜਾ ਹੋਇਆ।
ਵੀ ਆਹ ਚੀਜ਼ ਮੈਂ ਦੇ ਰਿਹਾ ਤੇ ਇਹਦੇ ਵੱਟੇ ਮੈਨੂੰ ਮਿਲੂਗੀ। ਇਸੇ ਤਰ੍ਹਾਂ ਖੜਾ ਨਾ ਸਾਰਾ ਸੰਸਾਰ। ਹੁਣ ਜਮਾ ਨੇ ਵੀ ਇਹ ਗੱਲ ਕਹਿਣੀ ਵੀ ਸੱਜਣਾ ਪਾਣੀ ਦੀ ਪਿਆਸ ਲੱਗੀ, ਪਾਣੀ ਮਿਲ ਜਾਓ। ਪਰ ਲਿਆ ਕੋਈ ਧਰਮ ਦਾ ਕੰਮ ਕੀਤਾ ਦੇ ਦੇ, ਕੋਈ ਪੁੰਨਦਾਨ ਕੀਤਾ ਦੇ ਦੇ ਵਿੱਚੋਂ ਹਿੱਸਾ। ਉਹ ਕਹਿੰਦੇ ਵੀ ਇੰਨੇ ਲੰਮੇ ਸਮੇਂ ਤੱਕ ਜਾਂਦੇ ਜਾਂਦੇ ਨੇ ਬਿਲਕੁਲ ਖਾਲੀ ਹੋ ਜਾਣਾ, ਜਮਾਂ ਨੇ ਖਾਲੀ ਕਰ ਦੇਣਾ। ਤੇ ਖਾਲੀ ਸਿਰਫ ਉਹੀ ਚੀਜ਼ ਹੋਣੀ ਆ ਜਿਹੜੀ ਅਸੀਂ ਦਿਖਾ ਕੇ ਕੀਤੀ। ਨਾਮ ਗੁਪਤ ਜਪਿਆ ਜਾਂਦਾ ਹੈ, ਦਿਖਾ ਕੇ ਨਹੀਂ ਜਪਿਆ ਜਾਂਦਾ। ਜਿਹੜਾ ਦਿਖਾ ਕੇ ਨਾਮ ਜਪਿਆ ਜਾਂਦਾ ਉਹ ਵੀ ਦਿਖਾਵਾ ਹੈ। ਅਸੀਂ ਮਾਲਾ ਲੈ ਲਈ, 4 ਬੰਦਿਆਂ ਵਿੱਚ ਬੈਠੇ ਹਾਂ, ਕਰਦੇ ਅਸੀਂ ਗੱਲਾਂ ਆ, ਮਣ ਕੇ ਮਾਲਾ ਦੇ ਮਣ ਕੇ ਅਸੀਂ ਹੱਥ ਨਾਲ ਸੁੱਟੀ ਜਾਂਦੇ ਹਾਂ, ਦਿਖਾਉਂਦੇ ਹਾਂ ਕਿ ਮੈਂ ਮਾਲਾ ਫੇਰਦਾ, ਮੈਂ ਰੱਬ। ਗੱਲਾਂ ਤੂੰ ਦੂਸਰਿਆਂ ਬੰਦਿਆਂ ਦੇ ਨਾਲ ਕਰ ਰਿਹਾ ਹੈ, ਮਣ ਕੇ ਉਲਟਾਉਣ ਦੇ ਨਾਲ ਤੇ ਰੱਬ ਦਾ ਨਾਮ ਨਹੀਂ ਜਪਿਆ ਜਾਣਾ। ਇੱਥੇ ਇਕਾਂਤ ਵਿੱਚ ਜਪਿਆ ਜਾਣਾ। ਇਕਾਂਤ ਜਪਿਆ ਹੋਇਆ ਨਾਮ ਹੀ ਮਨ ਦੀ ਮੈਲ ਲਾ ਸਕਦਾ। ਪਰ ਇਹ ਪਤਾ ਕਿੱਥੋਂ ਲੱਗੂ? ਪਤਾ ਲੱਗੂ ਪਿਆਰੋ ਗੱਲ ਸੁਣਨ ਤੇ ਖੜੀ ਹੋਈ ਹੈ। ਵੀ ਸੁਣਨ ਦੇ ਨਾਲ ਪਾਸ਼ਾ ਕਹਿੰਦੇ ਸੁਣੈ ਦੁਖ ਪਾਪ ਕਾ ਨਾਸ਼। ਇਹ ਦੁੱਖ ਸਾਨੂੰ ਸਾਡੇ ਕੀਤੇ ਕਰਮਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ, ਬੁਰੇ ਕਰਮਾਂ ਦੀ, ਉਹੀ ਤੇ ਦੁੱਖ ਨੇ। ਹੋਰ ਦੁੱਖ ਕਿੱਥੋਂ ਆਉਂਦੇ? ਜਿਹੜੇ ਪਾਪ ਕਰਮ ਅਸੀਂ ਕੀਤੇ ਆ, ਉਹਨਾਂ ਪਾਪ ਕਰਮਾਂ ਨੇ ਦੁੱਖ ਦਾ ਰੂਪ ਧਾਰਿਆ। ਜਿਹੜੇ ਅੱਜ ਸਹਾਰ ਹੈ, ਉਹ ਮਨ ਸਾਫ਼ ਹੋ ਤਾਂ ਦੁੱਖਾਂ ਕਲੇਸ਼ਾਂ ਤੋਂ ਬਚਾਂਗੇ। ਤਾਂ ਜਿਸ ਯਾਤਰਾ ਵਾਸਤੇ ਸੰਸਾਰ ਵਿੱਚ ਅਸੀਂ ਆਏ ਹਾਂ, ਤਾਂ ਉਹ ਯਾਤਰਾ ਪੂਰੀ ਹੋ ਗਈ। ਯਾਤਰਾ ਤਾਂ ਵੈਸੇ ਵੀ ਪੂਰੀ ਹੋ ਜਾਣੀ, ਕਿਉਂਕਿ ਸੰਸਾਰ ਤੋਂ ਜਾਣਾ ਇੱਕ ਪੂਰੀ ਹੁੰਦੀ ਹੈ ਕਿ ਸਫਲ ਹੁੰਦੀ। ਪੂਰੀ ਤੇ ਪਾਪੀ ਦੀ ਵੀ ਹੋ ਜਾਂਦੀ ਯਾਤਰਾ। ਜਿੰਨੇ ਦਿਨਾਂ ਵਾਸਤੇ ਆਇਆ, ਜਿੰਨੇ ਸਾਲਾਂ ਵਾਸਤੇ ਆਇਆ, ਉਹ ਸਾਲ ਤੱਕ ਪਾਪੀ ਨੇ ਵੀ ਪੂਰੇ ਕਰਕੇ ਜਾਣਾ। ਇੱਕ ਧਰਮੀ ਰੱਬ ਦੇ ਪਿਆਰੇ ਦੇ ਵੀ ਕਰਕੇ ਜਾਣਾ ਹੈ, ਪਰ ਉਹਨੇ ਆਪਣਾ ਜਨਮ ਸਫਲ ਸਵਾਰ ਕੇ ਜਾਣਾ ਹੈ। ਪਾਪੀ ਨੇ ਆਪਣਾ ਜਨਮ ਜਿਹੜਾ ਸੀ ਉਹ ਵਿਗਾੜ ਕੇ ਜਾਣਾ। ਤੇ ਪਾਤਸ਼ਾਹ ਸਾਨੂੰ ਕਹਿੰਦੇ ਤੂੰ ਸੁਣ। ਸੁਣੇਗਾ ਕਿੱਥੋਂ? ਸਤਸੰਗ ਵਿੱਚ ਜਾ ਕੇ। ਘਰ ਬੈਠੇ ਦੇ ਅੰਦਰ ਆਵਾਜ਼ ਨਹੀਂ ਆਉਣੀ, ਸਤਸੰਗ ਵਿੱਚੋਂ ਆਵਾਜ਼ ਆਊਗੀ, ਗੁਰੂ ਦੇ ਕੋਲੋਂ ਆਵਾਜ਼ ਆਊਗੀ। ਅਸਲ ਵਿੱਚ ਅਸੀਂ ਸ਼ਬਦ ਗੁਰੂ ਕਹਿੰਦੇ ਨਾ, ਅਸਲ ਵਿੱਚ ਜਿਹੜਾ ਅਸੀਂ ਸ਼ਬਦ ਗੁਰੂ ਕਹਿੰਦੇ ਆ, ਉਹ ਸ਼ਬਦ ਕੀ ਹੈ? ਆਵਾਜ਼ ਹੀ ਹੈ ਨਾ। ਤੇ ਜਿਹੜਾ ਗੁਰੂ ਦੇ ਮੂੰਹ ਵਿੱਚੋਂ ਆਵਾਜ਼ ਨਿਕਲਦੀ ਹੈ, ਤੇ ਗੁਰੂ ਦੇ ਵਿੱਚੋਂ ਆਵਾਜ਼ ਜਿਹੜੀ ਨਿਕਲਦੀ, ਫਿਰ ਉਹ ਸ਼ਾਂਤੀ ਵਾਲੀ ਆਵਾਜ਼ ਨਿਕਲਦੀ, ਸ਼ੀਤਲਤਾ ਵਾਲੀ ਆਵਾਜ਼ ਨਿਕਲਦੀ, ਠੰਡਕ ਵਾਲੀ ਆਵਾਜ਼ ਨਿਕਲਦੀ, ਸੁੱਖ ਦੇਣ ਵਾਲੀ ਆਵਾਜ਼ ਨਿਕਲਦੀ ਹੈ। ਉਹ ਕੀ ਹੈ? ਸ਼ਬਦ। ਤੇ ਸਤਸੰਗ ਵਿੱਚ ਜਾ ਕੇ ਕੀ ਸੁਣਾਂਗੇ? ਸ਼ਬਦ। ਗੁਰੂ ਕੋਲ ਜਾ ਕੇ ਕੀ ਸੁਣਾਂਗੇ? ਸ਼ਬਦ। ਪਾਤਸ਼ਾਹ ਕਹਿੰਦੇ ਬਸ ਇਸੇ ਦੀ ਪੂਜਾ ਕਰਨ ਲੱਗ ਜਾ। ਜੋ ਗੁਰੂ ਨੇ ਤੈਨੂੰ ਦੱਸਿਆ ਨਾ, ਬਸ ਇਸੇ ਦੀ ਪੂਜਾ ਕਰਨ ਲੱਗ ਜਾ। ਦੇਖੋ ਸੀਨ ਤੇ ਨਾਸ ਹਸਰਦਾ ਹੋਣਾ ਨਾ,
जिन्ने संसार ते अवतार पैगंबर औलीए आए अवतार आए सब का सरीर नाश होया। शब्द ने कदे नाश नहीं होना। पातशाह कहते ये शब्द जिहड़ा मेरे मूँह विचों बदल निकल गया, इनू सुन, इहदी पूजा कर। पुण्य दान कर, पूजा शब्द दी कर। तेरे जन्मां जन्मांतरां दी जिहड़ी मैल लगी होए उतर जावे। ते पातशाह कई दिनों तो अपने ते बख्श कर रहे हैं कि सुन के ही बंदा सीधे मार्ग ते चलदा है। सुन के ही बंदा रब का नाम जपन लगता है। हर जीवन का पक्ष सुन ते खड़ा है। जीवन का हर पक्ष सुन ते खड़ा है, पर किते सुनना सानू आ जावे। एक तो सुनना सानू आ जावे, सुनना नहीं आया सानू। अज साडे कोल रह गया सिर्फ कन रस। सुने तो कन्ना ना जाता ना, सुने तो कन्ना ना जाता ना, कन रस रह गया साडे को। इस बंदे की आवाज़ किद्दां है, ये बंदा किहड़ी तर्ज विच गा रहा है, वो कन्नां नूं चस्का पै गया। भोजन असीं इस करके खाने कि साडा खून बन जावे, होर भोजन का कोई मतलब नहीं। सुनना असीं इस करके कि साडा जीवन बदल जावे, सानू ज्ञान आ जावे। असीं किसी की आवाज़ नहीं परखनी, बोल नहीं परखना। जिहड़ा शब्द सानू सुख देवे, साडा जीवन बदले, असीं उस तरीके नाल सुनना शब्द। वो कंद रस नहीं, वो जिवें जिवें जदों सुनांगे तो वो साडे जन्मां जन्मांतरां दी मैल लाऊ। मैल लाऊ तो असीं भी सुखी जाओ। मन तां सुख दा घर है। मन का असल स्वरूप जिहड़ा सुख है, तो जो साफ हो जाऊगा तो अपने निज रूप में आ जाऊ, अपने सही स्वरूप में आ जाऊ। फिर उत्थे दुख तकलीफा की, उत्थे जमा का डर की, उत्थे दुनिया कित्थे। जिन्ना चिर मन साफ नहीं हुंदा साडा, आपां सुनते हैं सारे संसार विचों भी गुरुद्वारे मंदिर मसीत चर्च में जाने का की फायदा। मन साफ होना चाहिए। हद होगी घर बैठे मन साफ। एक किहड़े तरीके ना हो गया। अज तक मन को साफ करने वास्ते ऋषि मुनि जंगलों में समय अनुसार बहुत कठिन तप करते रहे भी साडा मन साफ हो जाए। असीं अज भी रात दिन पाप कर्म कमा रहे हैं, बुरा सोच रहे हैं, ईर्खा कर रहे हैं, बगाना हक खा रहे हैं, चुगली निंदा ईर्खा कर रहे हैं, तो कह रहे हैं भी मन साफ होना चाहिए। मन साफ इस तरह तो हुंदा नहीं प्यारिओ। मन तो साफ संगत दे नाल, सुनन दे नाल साफ हुंदा। तां ही दुखा कलेशा काड़िया सारे रोगां सोगां तो चिंतावां तो मुक्त होवांगे। नहीं तो जो असीं दुख सहा रहे हैं वो तो साडे ते बड़े ही हुए हैं। इस वास्ते पातशाह कृपा करे सानू किते सुनना आ जावे। सुनदियां सुनदियां मन की लगी हुई साडे पाप कर्मां की मैल उतर जावे।
ਸੁਖ ਦੇ ਚਾਰ ਸਾਹ ਦੀ ਲੈ ਲਈਏ। ਲੈ ਤਾਂ ਹੀ ਜਾਣਗੇ ਜੇ ਸੁਣਾਂਗੇ ਮੰਨਾਂਗੇ ਤਾਂ। ਸੁਣਿਆ ਮੰਨਿਆ ਮਨ ਕੀਤਾ ਭਾਉ। ਪ੍ਰੇਮ ਦੇ ਵਿੱਚ ਸਭ ਕੁਝ ਆ ਜਾਂਦਾ ਹੈ। ਪ੍ਰੇਮ ਦੇ ਵਿੱਚ ਹੀ ਸੰਸਾਰ ਆ ਜਾਂਦਾ, ਪ੍ਰੇਮ ਦੇ ਵਿੱਚ ਹੀ ਨਿਰੰਕਾਰ ਆ ਜਾਂਦਾ ਹੈ। ਪਰ ਪ੍ਰੇਮ ਦੀ ਸਾਨੂੰ ਭਾਸ਼ਾ ਆਉਣੀ ਚਾਹੀਦੀ, ਸਾਨੂੰ ਪ੍ਰੇਮ ਦੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ। ਸਮਾਂ ਹੋ ਗਿਆ, ਸਮਾਪਤੀ ਕਰ ਦਿੰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰ ਦੇ। ਕੱਲ੍ਹ ਨੂੰ ਜੋ ਪਾਤਸ਼ਾਹ ਆਪਣੇ ਤੇ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ੍ਹ ਨੂੰ ਕਥਾ ਕਰ ਲਵਾਂਗੇ। ਆਓ ਹੁਣ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ